ਸਤਿ ਸ੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ ਬਰਿੰਦਰ ਐਜੂਕੇਸ਼ਨ ਵਿੱਚ। ਅੱਜ ਅਸੀਂ ਭਾਰਤ ਦੀ ਨੈਸ਼ਨਲ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਬਾਰੇ ਪੜ੍ਹਾਂਗੇ, ਤਾਂ ਵੀਡੀਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਇਸ ਦੀ ਸਥਾਪਨਾ ਨੂੰ ਦੇਖ ਲੈਂਦੇ ਹਾਂ। ਇਸ ਪਾਰਟੀ ਦੀ ਜਿਹੜੀ ਸਥਾਪਨਾ ਸੀ ਉਹ 28 ਦਸੰਬਰ 1885 ਈਸਵੀ ਦੇ ਵਿੱਚ ਏ.ਯੂ. ਹਿਊਮ ਦੁਆਰਾ ਕੀਤੀ ਗਈ ਸੀ ਅਤੇ ਇਸ ਪਾਰਟੀ ਦੀ ਜਿਹੜੀ ਪਹਿਲੀ ਮੀਟਿੰਗ ਸੀ ਉਹ W.C. ਬੈਨਰਜੀ ਦੀ ਪ੍ਰਧਾਨਗੀ ਦੇ ਵਿੱਚ ਮੁੰਬਈ ਦੇ ਵਿੱਚ ਹੋਈ ਸੀ। ਇਸ ਪਾਰਟੀ ਦਾ ਜਿਹੜਾ ਪਹਿਲਾ ਨਾਂ ਸੀ ਉਹ ਸੀ ਇੰਡੀਅਨ ਨੈਸ਼ਨਲ ਯੂਨੀਅਨ, ਪਰ ਉਸ ਤੋਂ ਬਾਅਦ ਦਾਦਾ ਭਾਈ ਨਹਿਰੂ ਜੀ ਦੇ ਸੁਝਾਅ ਉੱਤੇ ਇਸ ਪਾਰਟੀ ਦਾ ਜਿਹੜਾ ਨਾਂ ਸੀ ਉਹ ਬਦਲ ਦਿੱਤਾ ਗਿਆ ਸੀ। ਇਸ ਪਾਰਟੀ ਦਾ ਜਿਹੜਾ ਨਾਂ ਸੀ ਉਹ ਇੰਡੀਅਨ ਨੈਸ਼ਨਲ ਕਾਂਗਰਸ ਰੱਖ ਦਿੱਤਾ ਗਿਆ ਸੀ। ਇੱਥੋਂ ਜਿਹੜੇ ਪ੍ਰਸ਼ਨ ਤੁਹਾਨੂੰ ਪੁੱਛੇ ਜਾ ਸਕਦੇ ਨੇ, ਇੱਕ ਤਾਂ ਇਸ ਦਾ ਸਥਾਪਨਾ ਦਾ ਸਾਲ ਪੁੱਛਿਆ ਜਾ ਸਕਦਾ ਅਤੇ ਕਿਸ ਨੇ ਇਸ ਦੀ ਸਥਾਪਨਾ ਕੀਤੀ ਸੀ। ਇਸ ਪਾਰਟੀ ਦੀ ਜਿਹੜੀ ਪਹਿਲੀ ਮੀਟਿੰਗ ਸੀ ਉਹ ਕਿਸ ਦੀ ਪ੍ਰਧਾਨਗੀ ਹੇਠ ਹੋਈ ਸੀ ਅਤੇ ਕਿੱਥੇ ਹੋਈ ਸੀ। ਇਸ ਤੋਂ ਇਲਾਵਾ ਇਹ ਵੀ ਪੁੱਛਿਆ ਜਾ ਸਕਦਾ ਕਿ ਇਸ ਪਾਰਟੀ ਦਾ ਜਿਹੜਾ ਪਹਿਲਾ ਨਾਂ ਸੀ ਉਹ ਕੀ ਸੀਗਾ ਅਤੇ ਕਿਸ ਦੇ ਸੁਝਾਅ 'ਤੇ ਇਹਦਾ ਨਾਂ ਸੀ ਜਿਹੜਾ ਚੇਂਜ ਕੀਤਾ ਗਿਆ ਸੀ। ਇਹਨਾਂ ਸਾਰਿਆਂ ਨੂੰ MCQs ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ, ਇਹ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਨੇ। ਅੱਗੇ ਆਪਾਂ ਗੱਲ ਕਰਦੇ ਹਾਂ ਇਸ ਪਾਰਟੀ ਦੀ ਵਿਚਾਰਧਾਰਾ ਦੀ। ਪਹਿਲਾ ਪੁਆਇੰਟ ਹੈਗਾ ਆਪਣੇ ਕੋਲ, ਇਹ ਪਾਰਟੀ ਲੋਕਤੰਤਰ ਦਾ ਸਮਰਥਨ ਕਰਦੀ ਹੈ। ਦੂਜਾ ਪੁਆਇੰਟ, ਧਰਮ ਨਿਰਪੱਖਤਾ ਵਿੱਚ ਵਿਸ਼ਵਾਸ। ਤੀਜਾ ਪੁਆਇੰਟ, ਗੁੱਟ ਨਿਰਲੇਪਤਾ ਵਿੱਚ ਵਿਸ਼ਵਾਸ। ਚੌਥਾ ਪੁਆਇੰਟ, ਮਨੁੱਖੀ ਅਧਿਕਾਰਾਂ ਦਾ ਸਮਰਥਨ। ਪੰਜਵਾਂ ਪੁਆਇੰਟ, ਇਹ ਪਾਰਟੀ ਬਸਤੀਵਾਦ ਅਤੇ ਨਸਲਵਾਦ ਦੇ ਵਿਰੁੱਧ ਸੀ। ਇਹ ਸਾਰੇ ਜਿਹੜੇ ਇਹਦੇ ਵਿਚਾਰਧਾਰਾ ਦੇ ਵਿੱਚ ਪੁਆਇੰਟ ਤੁਸੀਂ ਯਾਦ ਰੱਖ ਸਕਦੇ ਹੋਗੇ। ਜਿਵੇਂ ਕਿ ਆਪਾਂ ਨੂੰ ਪਤਾ ਕਿ ਇਸ ਪਾਰਟੀ ਨੇ ਭਾਰਤ ਨੂੰ ਆਜ਼ਾਦ ਕਰਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈਗੀ, ਪਰ ਆਪਾਂ ਇਸ ਨੂੰ ਇੱਕ ਪਾਰਟੀ ਦੇ ਰੂਪ ਵਿੱਚ ਇਸ ਦੀਆਂ ਚੋਣ ਪ੍ਰਾਪਤੀਆਂ ਨੂੰ ਦੇਖਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਲੋਕ ਸਭਾ ਦੀਆਂ ਚੋਣਾਂ ਵਿੱਚ ਪ੍ਰਾਪਤੀਆਂ ਦੇਖ ਲੈਂਦੇ ਹਾਂ। ਇਸ ਪਾਰਟੀ ਨੇ 1951 ਈਸਵੀ ਦੇ ਵਿੱਚ ਪਹਿਲੀ ਵਾਰੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਗ ਲਿਆ ਸੀ ਅਤੇ 364 ਸੀਟਾਂ ਸੀ ਜਿਹੜੀਆਂ ਹਾਸਲ ਕਰਕੇ ਆਪਣੀ ਸਰਕਾਰ ਬਣਾਈ ਸੀ। ਇਸ ਸਮੇਂ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸੀ ਉਹ ਬਣੇ ਸੀ ਜਵਾਹਰ ਲਾਲ ਨਹਿਰੂ। ਜਿਹੜੇ ਜਵਾਹਰ ਲਾਲ ਨਹਿਰੂ ਜੀ ਸੀਗੇ ਇਹ 15 ਅਗਸਤ 1947 ਦੇ ਵਿੱਚ ਹੀ ਪ੍ਰਧਾਨ ਮੰਤਰੀ ਬਣ ਗਏ ਸੀ, ਪਰ ਇਲੈਕਸ਼ਨ ਹੋਏ ਸੀਗੇ ਜਿਹੜੇ ਉਹ 1951 ਈਸਵੀ ਦੇ ਵਿੱਚ ਹੋਏ ਸੀ ਪਹਿਲੇ ਇਲੈਕਸ਼ਨ। ਉਸ ਤੋਂ ਬਾਅਦ 1957 ਈਸਵੀ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਤੇ 1962 ਈਸਵੀ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਪਾਰਟੀ ਨੇ ਮਹੱਤਵਪੂਰਨ ਜਿੱਤ ਹਾਸਲ ਕੀਤੀ ਸੀ ਅਤੇ ਆਪਣੀ ਸਰਕਾਰ ਬਣਾਈ ਸੀ। ਪਰ ਉਸ ਤੋਂ ਕੁਝ ਸਮਾਂ ਬਾਅਦ 27 ਮਈ 1964 ਈਸਵੀ ਦੇ ਵਿੱਚ ਜਿਹੜਾ ਜਵਾਹਰ ਲਾਲ ਨਹਿਰੂ ਜੀ ਸੀ ਉਹਨਾਂ ਦੀ ਮੌਤ ਹੋ ਜਾਂਦੀ ਆ। ਇੱਥੋਂ ਜਿਹੜੇ ਐਗਜ਼ਾਮ ਦੇ ਵਿੱਚ ਪ੍ਰਸ਼ਨ ਪੁੱਛੇ ਜਾ ਸਕਦੇ ਨੇ, ਜਾਂ ਤਾਂ ਪਹਿਲੇ ਹੀ ਲੋਕ ਸਭਾ ਦੀ ਚੋਣਾਂ ਦੇ ਵਿੱਚ ਕਿੰਨੀਆਂ ਸੀਟਾਂ ਹਾਸਲ ਕੀਤੀਆਂ ਇੱਥੋਂ ਪੁੱਛਿਆ ਜਾ ਸਕਦਾ, ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸੀ। ਇਸ ਤੋਂ ਇਲਾਵਾ ਇਹ ਵੀ ਪੁੱਛਿਆ ਜਾ ਸਕਦਾ ਕਿ ਸਭ ਤੋਂ ਲੰਬਾ ਕਾਰਜਕਾਲ ਕਿਸ ਪ੍ਰਧਾਨ ਮੰਤਰੀ ਦਾ ਰਿਹਾ, ਤਾਂ ਤੁਸੀਂ ਉਹ ਵੀ ਯਾਦ ਰੱਖਣਾ ਕਿ ਜਵਾਹਰ ਲਾਲ ਨਹਿਰੂ ਜੀ ਦਾ ਹੀ ਰਿਹਾ ਗਾ, ਅਤੇ ਇਹਨਾਂ ਦੀ ਜਿਹੜੀ ਮੌਤ ਸੀ ਉਹਨਾਂ ਦੇ ਕਾਰਜਕਾਲ ਦੌਰਾਨ ਹੀ ਹੋ ਗਈ ਸੀ। ਜਵਾਹਰ ਲਾਲ ਨਹਿਰੂ ਜੀ ਦੀ ਮੌਤ ਤੋਂ ਬਾਅਦ ਜਿਹੜੇ ਅਗਲੇ ਪ੍ਰਧਾਨ ਮੰਤਰੀ ਬਣੇ ਸੀ ਉਹ ਲਾਲ ਬਹਾਦਰ ਸ਼ਾਸਤਰੀ ਬਣੇ ਸੀਗੇ। ਇਸ ਤੋਂ ਬਾਅਦ ਇਸ ਪਾਰਟੀ ਜਿਹੜੀ ਵਾਂਗਡੋਰ ਸੀ ਉਹ ਇੰਦਰਾ ਗਾਂਧੀ ਦੇ ਹੱਥ ਦੇ ਵਿੱਚ ਆ ਗਈ ਸੀ, ਜੋ ਕਿ ਜਵਾਹਰ ਲਾਲ ਨਹਿਰੂ ਜੀ ਦੀ ਬੇਟੀ ਸੀ। ਜਿਸ ਸਮੇਂ ਇੰਦਰਾ ਗਾਂਧੀ ਨੇ ਇਸ ਪਾਰਟੀ ਦੀ ਵਾਂਗਡੋਰ ਸੰਭਾਲੀ ਸੀ ਉਸਨੂੰ ਆਪਾਂ ਇੰਦਰਾ ਈਰਾ ਕਹਿੰਦੇ ਆਗੇ, ਜਿਹੜਾ ਕਿ 1966 ਤੋਂ 1984 ਈਸਵੀ ਤੱਕ ਹੈਗਾ। ਇੰਦਰਾ ਗਾਂਧੀ ਦੀ ਅਗਵਾਈ ਵਿੱਚ 1967 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਪਾਰਟੀ ਨੇ ਮਹੱਤਵਪੂਰਨ ਜਿੱਤ ਹਾਸਲ ਕੀਤੀ। ਉਸ ਤੋਂ ਬਾਅਦ 1971 ਈਸਵੀ ਦੇ ਵਿੱਚ ਮਹੱਤਵਪੂਰਨ ਜਿੱਤ ਹਾਸਲ ਕੀਤੀ, ਪਰ ਉਸ ਤੋਂ ਬਾਅਦ 1970 ਦੀਆਂ ਚੋਣਾਂ ਵਿੱਚ ਪਹਿਲੀ ਵਾਰੀ ਕਾਂਗਰਸ ਸੀ ਜਿਹੜੀ ਲੋਕ ਸਭਾ ਦੀ ਚੋਣਾਂ ਦੇ ਵਿੱਚ ਹਾਰ ਗਈ ਸੀ। ਉਸ ਸਮੇਂ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਬਣੀ ਸੀ ਉਹ ਜਨਤਾ ਦਲ ਦੀ ਬਣੀ ਸੀ, ਜਿਹੜੀ ਕਿ ਮੋਰਾਰਜੀ ਦੇਸਾਈ ਦੀ ਅਗਵਾਈ ਦੇ ਹੇਠ ਬਣਾਈ ਗਈ ਸੀ। 1977 ਈਸਵੀ ਦੀਆਂ ਜਿਹੜੀਆਂ ਚੋਣਾਂ ਸੀ ਇਸ ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੂੰ 53 ਸੀਟਾਂ ਹਾਸਲ ਹੋਈਆਂ ਸੀ, ਜਦ ਕਿ ਜਿਹੜਾ ਜਨਤਾ ਦਲ ਸੀ ਇਹਨਾਂ ਦਾ ਗੱਠਜੋੜ ਸੀ ਇਸ ਨੂੰ 345 ਸੀਟਾਂ ਹਾਸਲ ਕੀਤੀਆਂ ਸੀ। ਉਸ ਤੋਂ ਬਾਅਦ ਜਿਹੜਾ ਜਨਤਾ ਦਲ ਸੀ ਇਹਦੇ ਵਿੱਚ ਫੁੱਟ ਪੈ ਜਾਂਦੀ ਹੈਗੀ, ਜਿਸ ਦੇ ਕਾਰਨ ਜਿਹੜੀਆਂ ਇਲੈਕਸ਼ਨ ਨੇ ਉਹ ਦੁਬਾਰਾ ਕਰਾਉਣੇ ਪੈਂਦੇ ਨੇ, ਜਿਹੜੇ ਕਿ 1980 ਈਸਵੀ ਦੇ ਵਿੱਚ ਹੁੰਦੇ ਨੇ। ਕਿ 1980 ਈਸਵੀ ਦੇ ਵਿੱਚ ਫਿਰ ਤੋਂ ਜਿਹੜੀ ਕਾਂਗਰਸ ਆ ਉਹ ਆਪਣੀ ਸਰਕਾਰ ਬਣਾ ਲੈਂਦੀ ਆ। ਉਸ ਤੋਂ ਬਾਅਦ 31 ਅਕਤੂਬਰ 1984 ਦੇ ਵਿੱਚ ਇੰਦਰਾ ਗਾਂਧੀ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਜਾਂਦੀ ਆ। ਉਸ ਤੋਂ ਬਾਅਦ ਇਸ ਪਾਰਟੀ ਜਿਹੜੀ ਵਾਂਗਡੋਰ ਆ ਰਾਜੀਵ ਗਾਂਧੀ ਦੇ ਹੱਥ ਦੇ ਵਿੱਚ ਹੁੰਦੀ ਆ, ਜਿਸ ਨੇ 1984 ਈਸਵੀ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਅਤੇ ਆਪਣੀ ਸਰਕਾਰ ਜਿਹੜੀ ਉਹ ਬਣਾਈ। ਉਸ ਤੋਂ ਬਾਅਦ 21 ਮਈ 1991 ਦੇ ਵਿੱਚ ਰਾਜੀਵ ਗਾਂਧੀ ਦੀ ਹੱਤਿਆ ਹੋ ਗਈ ਸੀ। ਉਸ ਤੋਂ ਬਾਅਦ ਇਸ ਪਾਰਟੀ ਜਿਹੜੀ ਵਾਂਗਡੋਰ ਆ 1991 ਤੇ 1996 ਈਸਵੀ ਦੀਆਂ ਚੋਣਾਂ ਦੇ ਵਿੱਚ PV ਨਰਸਿਮਹਾ ਰਾਓ ਨੇ ਸੰਭਾਲੀ ਸੀ।
ਰਾਜੀਵ ਗਾਂਧੀ ਨੂੰ ਮਿਸਟਰ ਕਲੀਨ ਦੇ ਨਾਲ ਜਾਣਿਆ ਜਾਂਦਾ, ਜਿਹੜੀ ਕਿ 1984 ਈਸਵੀ ਵਿੱਚ ਇਹਨਾਂ ਨੇ ਸਰਕਾਰ ਬਣਾਈ ਸੀ, ਉਹ ਭ੍ਰਿਸ਼ਟਾਚਾਰ ਮੁਕਤ ਸੀ। ਉਸ ਤੋਂ ਬਾਅਦ ਇਸ ਪਾਰਟੀ ਦੀ ਜਿਹੜੀ ਪ੍ਰਧਾਨਗੀ ਸੀ ਉਹ ਸੋਨੀਆ ਗਾਂਧੀ ਦੇ ਹੱਥ ਦੇ ਵਿੱਚ ਆ ਗਈ ਸੀ। ਉਸ ਤੋਂ ਬਾਅਦ 1991 ਈਸਵੀ ਦੀਆਂ ਚੋਣਾਂ ਦੇ ਵਿੱਚ ਇਹ ਪਾਰਟੀ ਸੀ ਜਿਹੜੀ ਹਾਰ ਗਈ ਸੀ। ਉਸ ਤੋਂ ਬਾਅਦ 2004 ਦੇ ਵਿੱਚ ਇਸ ਪਾਰਟੀ ਨੇ ਮਹੱਤਵਪੂਰਨ ਜਿੱਤ ਹਾਸਲ ਕੀਤੀ। ਇਸ ਪਾਰਟੀ ਦੀ ਜਿਹੜੀ ਜਿੱਤ ਦਾ ਕਾਰਨ ਸੀ ਉਹ ਸੀ UPA ਗੱਠਜੋੜ, ਜਿਹੜਾ ਕਿ 2004 ਦੇ ਵਿੱਚ ਕਾਂਗਰਸ ਪਾਰਟੀ ਨੇ ਬਣਾਇਆ ਸੀ। ਇਹਦਾ ਜਿਹੜਾ ਫੁੱਲ ਫਾਰਮ ਆ ਗਈ ਉਹ ਹੈਗੀ ਆ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ। ਉਸ ਤੋਂ ਬਾਅਦ 2009 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਨੇ ਆਪਣੀ ਸਰਕਾਰ ਬਣਾਈ। ਇਸ ਤਰ੍ਹਾਂ ਜਿਹੜੀ ਲਗਾਤਾਰ 2 ਵਾਰੀ ਜਿਹੜੇ ਪ੍ਰਧਾਨ ਮੰਤਰੀ ਬਣੇ ਸੀ ਉਹ ਬਣੇ ਸੀ ਡਾਕਟਰ ਮਨਮੋਹਨ ਸਿੰਘ। ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੋਨੀਆ ਗਾਂਧੀ ਤੋਂ ਬਾਅਦ ਜਿਹੜੀ ਇਸ ਪਾਰਟੀ ਦੀ ਪ੍ਰਧਾਨਗੀ ਸੀ ਉਹ ਰਾਹੁਲ ਗਾਂਧੀ ਦੇ ਹੱਥਾਂ ਦੇ ਵਿੱਚ ਆ ਗਈ ਸੀ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਇਸ ਪਾਰਟੀ ਨੇ 44 ਸੀਟਾਂ ਹਾਸਲ ਕੀਤੀਆਂ ਅਤੇ ਉਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਪਾਰਟੀ ਨੇ 52 ਸੀਟਾਂ ਸੀ ਜਿਹੜੀਆਂ ਉਹ ਹਾਸਲ ਕੀਤੀਆਂ ਸੀ। ਇਹ ਜਿਹੜੇ ਦੋਹੇ ਇਲੈਕਸ਼ਨ ਸੀਗੇ ਇਹ ਰਾਹੁਲ ਗਾਂਧੀ ਦੀ ਪ੍ਰਧਾਨਗੀ ਦੇ ਵਿੱਚ ਲੜੇ ਗਏ ਸੀ। ਉਸ ਤੋਂ ਬਾਅਦ ਆਪਾਂ ਕੁਝ ਵਰਤਮਾਨ ਸਮੇਂ ਵਿੱਚ ਵਿਧਾਨ ਸਭਾਵਾਂ ਦੀਆਂ ਚੋਣਾਂ ਵਿੱਚ ਪ੍ਰਾਪਤੀਆਂ ਦੇਖ ਲੈਂਦੇ ਹਾਂ ਇਸ ਪਾਰਟੀ ਦੀਆਂ। 2016 ਵਿੱਚ ਪਾਂਡੀਚੇਰੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਸਨੇ 15 ਸੀਟਾਂ ਹਾਸਲ ਕੀਤੀਆਂ। 2017 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸਨੇ 77 ਸੀਟਾਂ ਹਾਸਲ ਕੀਤੀਆਂ ਅਤੇ 2018 ਵਿੱਚ ਛੱਤੀਸਗੜ੍ਹ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਸਨੇ 69 ਸੀਟਾਂ ਹਾਸਲ ਕੀਤੀਆਂ। ਇਹ ਜਿਹੜੀਆਂ ਤੁਹਾਨੂੰ ਮੈਂ ਇਲੈਕਸ਼ਨ ਪ੍ਰਾਪਤੀਆਂ ਦੱਸ ਰਿਹਾ ਗਾ, ਇਹਨਾਂ ਸਟੇਟਾਂ ਦੇ ਵਿੱਚ ਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ ਵਰਤਮਾਨ ਸਮੇਂ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਜਿਹੜੀ ਸਰਕਾਰ ਆ ਉਹ ਮੌਜੂਦ ਹੈਗੀ। ਇਸ ਤੋਂ ਇਲਾਵਾ 2018 ਵਿੱਚ ਰਾਜਸਥਾਨ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਸ ਪਾਰਟੀ ਨੇ 120 ਸੀਟਾਂ ਹਾਸਲ ਕੀਤੀਆਂ। 2019 ਵਿੱਚ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਸ ਪਾਰਟੀ ਨੇ 56 ਸੀਟਾਂ ਹਾਸਲ ਕੀਤੀਆਂ ਅਤੇ 2019 ਵਿੱਚ ਝਾਰਖੰਡ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਸ ਪਾਰਟੀ ਨੇ 56 ਸੀਟਾਂ ਹਾਸਲ ਕੀਤੀਆਂ। ਅੱਗੇ ਆਪਾਂ ਲਾਸਟ 'ਤੇ ਕੁਝ ਮਹੱਤਵਪੂਰਨ ਹੋਰ ਬਿੰਦੂ ਦੇਖ ਲੈਂਦੇ ਹਾਂ ਜਿਹੜੇ ਇਸ ਪਾਰਟੀ ਨਾਲ ਸੰਬੰਧਿਤ ਨੇ। ਇਸ ਪਾਰਟੀ ਦਾ ਜਿਹੜਾ ਪਹਿਲਾ ਚੋਣ ਨਿਸ਼ਾਨ ਸੀ ਉਹ ਸੀ ਦੁੱਗੇ ਬਲਦ। ਆਹ ਦੇਖ ਸਕਦੇ ਹੋ ਤੁਸੀਂ ਤਸਵੀਰ ਵੀ। ਇਹ ਪਾਰਟੀ ਦਾ ਜਿਹੜਾ ਪਹਿਲਾ ਚੋਣ ਨਿਸ਼ਾਨ ਸੀ। ਜੇਕਰ ਵਰਤਮਾਨ ਸਮੇਂ ਦੀ ਗੱਲ ਕਰੀਏ ਤਾਂ ਇਸ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਉਹ ਹੈਗਾ ਹੱਥ ਪੰਜਾ। ਇਸ ਪਾਰਟੀ ਦਾ ਲੋਕ ਸਭਾ ਦੇ ਵਿੱਚ ਜਿਹੜਾ ਨੇਤਾ ਉਹ ਹੈਗਾ ਅਧੀਰ ਰੰਜਨ ਚੌਧਰੀ ਅਤੇ ਰਾਜ ਸਭਾ ਦੇ ਵਿੱਚ ਜਿਹੜਾ ਨੇਤਾ ਹੈਗਾ ਉਹ ਹੈਗਾ ਗੁਲਾਮ ਨਬੀ ਆਜ਼ਾਦ। ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਕਿ ਰਾਜ ਸਭਾ ਦੇ ਵਿੱਚ ਇਸ ਨੂੰ 44 ਸੀਟਾਂ ਨੇ ਜਿਹੜੀਆਂ ਵਰਤਮਾਨ ਸਮੇਂ ਦੇ ਵਿੱਚ ਪ੍ਰਾਪਤ ਨੇਗੀਆਂ। ਇਹ ਸੀ ਆਪਣੀ ਮਹੱਤਵਪੂਰਨ ਨੈਸ਼ਨਲ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ। ਇਸ ਤੋਂ ਪਹਿਲਾਂ ਵੀ ਆਪਾਂ ਕੁਝ ਨੈਸ਼ਨਲ ਪਾਰਟੀਆਂ ਬਾਰੇ ਪੜ੍ਹ ਚੁੱਕੇ ਹਾਂ। ਜਿਸ ਵੀ ਵਿਦਿਆਰਥੀ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਪਲੇਲਿਸਟ ਦੇ ਵਿੱਚ ਜਾ ਕੇ ਵੀਡੀਓ ਦੇਖ ਸਕਦਾ। ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ। ਹੋਰ ਵੀਡੀਓ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।